ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਲੈਕਚਰ ਦੇ ਵਿੱਚ ਸਾਇੰਸ ਦੇ। ਤਾਂ ਅੱਜ ਆਪਾਂ ਕਰ ਰਹੇ ਹਾਂ ਸਾਇੰਸ ਦਾ 8th ਲੈਕਚਰ। ਠੀਕ ਹੈ, ਇਹਦੇ ਵਿੱਚ ਆਪਾਂ ਪੜਾਂਗੇ ਅੱਜ ਨਿਊਕਲੀਅਸ ਬਾਰੇ। ਨਿਊਕਲੀਅਸ ਕੀ ਹੁੰਦਾ? ਉਸ ਤੋਂ ਪਹਿਲਾਂ ਨਿਊਕਲੀਅਸ ਜਾਣਨ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਲੈਕਚਰ 7 ਜਿਹੜੇ ਪਿਛਲੇ ਨਹੀਂ ਲਗਾਏ ਤਾਂ ਉਹ ਲਗਾਉਣੇ ਬਹੁਤ ਜ਼ਰੂਰੀ ਹੈ। ਫਿਰ ਹੀ ਤੁਹਾਨੂੰ ਨਿਊਕਲੀਅਸ ਦਾ ਪੁਆਇੰਟ ਹੈ ਜਿਹੜਾ ਸਮਝ ਲੱਗੂਗਾ ਚੰਗੀ ਤਰ੍ਹਾਂ। ਤਾਂ ਲੈਸਨ ਆਪਣਾ ਕੀ ਚੱਲ ਰਿਹਾ? ਫੰਡਾਮੈਂਟਲ ਯੂਨਿਟ ਆਫ ਲਾਈਫ। ਠੀਕ ਹੈ, ਇਹਦੇ ਵਿੱਚ ਆਪਾਂ 7 ਲੈਕਚਰ ਕੰਪਲੀਟ ਕਰ ਚੁੱਕੇ ਹਾਂ। ਪੂਰੀ ਡਿਟੇਲ ਦੇ ਵਿੱਚ ਗੱਲ ਕੀਤੀ ਹੋਈ ਹੈ। ਜਿਹੜੇ ਬੱਚਿਆਂ ਨੂੰ ਨਹੀਂ ਕੁਝ ਸਮਝ ਲੱਗਦਾ 7 ਲੈਕਚਰਾਂ ਦੇ ਵਿੱਚੋਂ ਤਾਂ ਕਮੈਂਟ ਕਰਕੇ ਪੁੱਛ ਲਿਓ ਕਿ ਸਰ ਇਹ ਚੀਜ਼ ਨਹੀਂ ਪਤਾ ਲੱਗੀ। ਤਾਂ ਚਲੋ ਅੱਜ ਆਪਾਂ 8ਵਾਂ ਲੈਕਚਰ ਸ਼ੁਰੂ ਕਰਦੇ ਹਾਂ ਆਪਣਾ। ਤਾਂ 8ਵੇਂ ਦੇ ਵਿੱਚ ਕੀ ਹੈ? ਨਿਊਕਲੀਅਸ ਬਾਰੇ ਪੜਾਂਗੇ ਪੂਰੀ ਡਿਟੇਲ। ਤੁਹਾਨੂੰ ਡਾਇਗਰਾਮ ਵੀ ਦਿਖਾਊਂਗਾ ਮੈਂ, ਕਿਹੜੀ ਕਿਹੜੀ ਚੀਜ਼ ਕਿੱਥੇ ਹੁੰਦੀ ਹੈ, ਕੀ ਉਹਦਾ ਕੰਮ ਹੁੰਦਾ, ਕਿਹੋ ਜਿਹੀ ਉਹ ਦਿਖਦੀ ਹੈ। ਤਾਂ ਉਸ ਤੋਂ ਪਹਿਲਾਂ ST ਨੰਬਰ ਲਈ ਅਪਲਾਈ ਕਰ ਦਿਓ ਜਿਹੜੇ ਬੱਚਿਆਂ ਨੇ ਨਹੀਂ ਕੀਤਾ। ਤਾਂ ਇੱਕ ਹੋਰ ਚੀਜ਼, ਕਿਸੇ ਵੀ ਬੱਚੇ ਨੇ 1 ਸੈਕਿੰਡ ਲਈ ਵੀ ਵੀਡੀਓ ਨਾ ਸਕਿਪ ਕਰਨੀ। ਠੀਕ ਹੈ, ਉਹਦਾ ਰੀਜ਼ਨ ਕੀ ਹੈ? ਕਿਉਂਕਿ ਵਿੱਚ ਮੈਂ ਕੋਈ ਇਹ ਨਹੀਂ ਕਹਿਣ ਵਾਲਾ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਦਾ, ਸਿਰਫ ਤੇ ਸਿਰਫ ਆਪਾਂ ਜਿਹੜੀ ਪੁਆਇੰਟ ਟੂ ਪੁਆਇੰਟ ਗੱਲ ਹੈ ਉਹੀ ਕਰਾਂਗੇ। ਤਾਂ ਪਲੀਜ਼ ਪਿੱਛੋਂ ਕੋਈ ਵੀ ਬੱਚਾ ਜਿਹੜਾ ਸਕਿਪ ਨਾ ਕਰਿਓ। ਸ਼ੁਰੂ ਕਰਦੇ ਹਾਂ ਆਪਾਂ ਹੁਣ ਬਿਨਾਂ ਟਾਈਮ ਵੇਸਟ ਕੀਤੇ। ਉਧਰੋਂ ਮੈਂ ਸਲਾਈਡ ਚੇਂਜ ਕਰ ਲਾਂ ਤੁਹਾਡੇ ਲਈ। ਲਓ ਹੁਣ ਦੇਖੋ, ਤੁਹਾਨੂੰ ਡਾਇਗਰਾਮ ਤੇ ਜਾਣ ਤੋਂ ਪਹਿਲਾਂ ਜਾਂ ਇਹਦੇ ਜਿਹੜੇ ਕੀ ਕੰਪੋਨੈਂਟਸ ਹੁੰਦੇ ਆ, ਠੀਕ ਹੈ, ਨਿਊਕਲੀਅਸ ਦੇ, ਉਸ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪੈਣਾ ਕਿ ਨਿਊਕਲੀਅਸ ਕੀ ਹੁੰਦਾ ਤੇ ਕਿੱਥੇ ਸਥਿਤ ਹੁੰਦਾ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਨਿਊਕਲੀਅਸ ਤੇ। ਸੈੱਲ ਬਾਰੇ ਤਾਂ ਸਾਰੇ ਜਾਣਦੇ ਹੀ ਹੋ ਹੁਣ ਤੱਕ। ਠੀਕ ਹੈ, ਸੈੱਲ ਜਿਹੜਾ ਯੂਨਿਟ ਆਫ ਲਾਈਫ ਮੰਨਿਆ ਜਾਂਦਾ ਕਿਤੇ ਵੀ ਹੈ, ਜਿਹੜੇ ਵੀ ਸੰਜੀਵ ਆ ਉਹਨਾਂ ਵਿੱਚ। ਚਲੋ ਹੁਣ ਸੈੱਲ ਦਾ ਹੈਗਾ, ਮੰਨ ਲਓ ਸਰਕਲ ਵਾਲਾ ਆਪਣੇ ਕੋਲ ਸੈੱਲ ਹੈ। ਇਹਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਵੀ ਸਰਕਲ ਟਾਈਪ ਇੱਕ ਹੁੰਦਾ, ਠੀਕ ਹੈ, ਆਕਾਰ ਵਿੱਚ ਵੱਡਾ ਹੁੰਦਾ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਨਿਊਕਲੀਅਸ। ਕਲੀਅਰ ਹੈ ਨਾ? ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਨਿਊਕਲੀਅਸ। ਹੁਣ ਇਹਦਾ ਆਪਣੇ ਕੋਲ ਜੇ ਪੁਆਇੰਟ ਬਣਾਉਣੇ ਹੁਣ 1-2 ਬਣਨਗੇ ਤੇ ਜਿਹੜੇ ਤੁਹਾਡੇ ਦਿਮਾਗ 'ਚ ਚੰਗੀ ਤਰ੍ਹਾਂ ਬੈਠੇ ਹੋਣੇ ਚਾਹੀਦੇ ਜੇ ਤੁਸੀਂ ਨਿਊਕਲੀਅਸ ਨੂੰ ਅੱਗੇ ਪੜ੍ਹਨਾ। ਤਾਂ ਸਭ ਤੋਂ ਪਹਿਲਾਂ ਐਨੀਮਲ ਦੇ ਜਿਹੜੇ ਸੈੱਲ ਵਿੱਚ ਕੀ ਹੈ, ਉਹ ਬਿਲਕੁਲ ਤੇ ਬਿਲਕੁਲ ਹਮੇਸ਼ਾ ਸੈਂਟਰ ਦੇ ਵਿੱਚ ਹੁੰਦਾ। ਪਰ ਪਲਾਂਟ ਸੈੱਲ ਦੇ ਵਿੱਚ ਹੁੰਦਾ ਤਾਂ ਉਹਦੇ ਵਿੱਚ ਵੀ ਸੈਂਟਰ ਵਿੱਚ ਹੈ, ਪਰ ਜਦੋਂ ਮੈਚਿਓਰ ਹੋ ਜਾਂਦਾ ਥੋੜਾ ਜਿਹਾ, ਠੀਕ ਹੈ, ਪਲਾਂਟ ਸੈੱਲ, ਉਦੋਂ ਕੀ ਹੁੰਦਾ? ਵੈਕਿਊਲਸ ਕਈ ਵਾਰੀ ਕੀ ਹੈ 50 ਤੋਂ 90% ਜਿਹੜੀ ਜਗ੍ਹਾ ਉਹਦੀ ਘੇਰ ਲੈਂਦੇ ਆ, ਮਤਲਬ ਉਹਨੂੰ ਸਾਈਡ ਦੇ ਤੇ ਘੇਰ ਲੈਂਦੇ ਆ। ਇਹ ਚੀਜ਼ਾਂ ਆਪਾਂ ਅੱਗੇ ਪੜਾਂਗੇ ਲੈਸਨ ਦੇ ਵਿੱਚ। ਬਸ ਤੁਸੀਂ ਇੰਨਾ ਸਮਝ ਲਓ ਕਿ ਇਹ ਸੈੱਲ ਦੇ ਸੈਂਟਰ ਵਿੱਚ ਹੁੰਦਾ। ਕੀ ਹੁੰਦਾ ਸੈਂਟਰ ਵਿੱਚ? ਨਿਊਕਲੀਅਸ। ਹੁਣ ਇਹਦਾ ਪੁਆਇੰਟ ਕੀ ਬਣੂਗਾ? ਸਭ ਤੋਂ ਪਹਿਲਾਂ ਕਿ ਸੈੱਲ ਦੇ ਵਿਚਕਾਰ ਸਥਿਤ ਹੁੰਦਾ, ਵਿਚਕਾਰ ਸਥਿਤ ਹੁੰਦਾ ਹੈ। ਪਹਿਲਾ ਪੁਆਇੰਟ ਕੌਣ? ਨਿਊਕਲੀਅਸ। ਠੀਕ ਹੈ, ਸੈਕਿੰਡ ਪੁਆਇੰਟ ਕੀ ਬਣੂਗਾ? ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ ਕਿ ਸੈੱਲ ਦਾ ਸਭ ਤੋਂ ਵੱਡਾ ਜਿਹੜਾ ਸਟਰਕਚਰ ਕਿਹੜਾ ਹੁੰਦਾ? ਉਹ ਕਿਹੜਾ ਹੁੰਦਾ? ਨਿਊਕਲੀਅਸ। ਸੈੱਲ ਦਾ ਸਭ ਤੋਂ ਵੱਡਾ ਸਟਰਕਚਰ, ਬਣਾਵਟ, ਸਟਰਕਚਰ। ਠੀਕ ਹੈ, ਨੰਬਰ 3 ਆਕਾਰ ਵਿੱਚ ਵੱਡਾ ਹੁੰਦਾ ਹੈ। ਆਕਾਰ ਵਿੱਚ ਕੀ ਹੁੰਦਾ? ਵੱਡਾ ਹੁੰਦਾ, ਵੱਡਾ ਹੁੰਦਾ ਹੈ। ਇਹ 3 ਚੀਜ਼ਾਂ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ ਜੇ ਨਿਊਕਲੀਅਸ ਬਾਰੇ ਜਾਣਕਾਰੀ ਲੈਣੀ ਹੈ। ਤਾਂ ਸਿਰਫ ਇਹ 3 ਚੀਜ਼ਾਂ ਬਸ। ਅੱਗੋਂ ਕੰਪੋਨੈਂਟ ਪੜਾਂਗੇ, ਤੁਹਾਨੂੰ ਡਾਇਗਰਾਮ ਤੇ ਵਿਖਾਊਂਗਾ ਮੈਂ ਕਿਹੜੀ ਚੀਜ਼ ਕਿੱਥੇ ਸਥਿਤ ਹੁੰਦੀ ਹੈ ਤੇ ਕਿਹੋ ਜਿਹੀ ਦਿਖਦੀ ਹੈ। ਪੱਕੇ ਦਿਮਾਗ 'ਚ ਬੈਠ ਜਾਣਗੇ, ਫਿਰ ਸੁਣਨ ਨਾਲੋਂ ਤੁਹਾਨੂੰ ਦੇਖ ਕੇ ਬੜਾ ਵਧੀਆ ਯਾਦ ਹੋਣ ਵਾਲਾ। ਹੁਣ ਇਹ 3 ਚੀਜ਼ਾਂ ਸੀ ਕਿ ਇਹ ਸੈਂਟਰ ਦੇ ਵਿੱਚ ਹੁੰਦਾ, ਸਭ ਤੋਂ ਵੱਡਾ ਸਟਰਕਚਰ ਹੁੰਦਾ ਸੈੱਲ ਦਾ, ਤੇ ਤੀਸਰੀ ਲਾਈਨ ਸੀ ਕਿ ਇਹ ਆਕਾਰ ਦੇ ਵਿੱਚ ਵੱਡਾ ਹੁੰਦਾ। ਠੀਕ ਹੈ, ਕੀ? ਨਿਊਕਲੀਅਸ। ਇੰਨਾ ਕਲੀਅਰ ਹੋ ਗਿਆ। ਹੁਣ ਚੱਲਦੇ ਆਪਾਂ ਇਹਦੇ ਕੰਪੋਨੈਂਟਸ ਤੇ। ਇਹਦਾ ਸਭ ਤੋਂ ਪਹਿਲਾ ਕੰਪੋਨੈਂਟਸ 1 ਬਾਈ 1 ਕਰਾਂਗੇ, ਕਿਉਂਕਿ ਜੇ ਲਗਾਤਾਰ ਲਿਖਤੇ ਫਿਰ ਬਹੁਤ ਬੱਚੇ ਤਾਂ ਜਿਹੜੇ ਕਨਫਿਊਜ਼ ਹੋ ਜਾਣਗੇ ਉਹਨਾਂ ਵਿੱਚ ਹੀ, ਨਾਮ ਦੇ ਵਿੱਚ ਹੀ। ਸਭ ਤੋਂ ਪਹਿਲਾ ਕੰਪੋਨੈਂਟ ਕੀ ਆਂਦਾ ਆਪਣੇ ਕੋਲੇ? ਨਿਊਕਲੀਅਰ ਐਨਵੈਲਪ। ਠੀਕ ਹੈ, ਜਿਹਨੂੰ ਤੁਸੀਂ ਕਹਿ ਦਿੰਦੇ NE। ਕਿਤੇ NE ਵੀ ਲਿਖਿਆ ਆ ਜੇ ਸਮਝੋ ਇਹ ਨਿਊਕਲੀਅਰ ਐਨਵੈਲਪ ਹੈ। ਠੀਕ ਹੈ, ਜਦੋਂ ਵੀ ਤੁਹਾਡੇ ਸੈੱਲ ਵਾਲੇ ਲੈਸਨ ਦੇ ਵਿੱਚ ਕਿਤੇ ਵੀ ਲਿਖਿਆ ਆ ਜੇ ਤਾਂ ਉਹ NE ਕੀ ਹੈ? ਨਿਊਕਲੀਅਰ ਐਨਵੈਲਪ ਹੈ। ਉਹ ਕਿੰਦਾ ਹਿੱਸਾ ਹੈ? ਉਹ ਹਿੱਸਾ ਹੈਗਾ ਨਿਊਕਲੀਅਸ ਦਾ। ਤੇ ਨਿਊਕਲੀਅਸ ਕਿੰਦਾ ਹਿੱਸਾ ਹੈ? ਉਹ ਹਿੱਸਾ ਹੈਗਾ ਸੈੱਲ ਦਾ। ਨਿਊਕਲੀਅਸ ਆਕਾਰ ਦੇ ਵਿੱਚ ਵੱਡਾ ਹੁੰਦਾ, ਸਭ ਤੋਂ ਵੱਡਾ ਸਟਰਕਚਰ ਹੁੰਦਾ ਸੈੱਲ ਦਾ, ਇਹ ਸੈਂਟਰ ਦੇ ਵਿੱਚ ਹੁੰਦਾ। ਠੀਕ ਹੈ ਨਾ? ਹੁਣ ਚੱਲਦੇ ਹਾਂ ਨਿਊਕਲੀਅਰ ਐਨਵੈਲਪ ਕੀ ਹੈ। ਇਹਦੀਆਂ ਗੱਲਾਂ ਤੋਂ ਜਾਂ ਕਹਿ ਲਓ ਇਹਦੇ ਪੁਆਇੰਟਸ ਤੋਂ ਪਹਿਲਾਂ ਆਪਾਂ ਇੱਕ ਚੀਜ਼ ਸਮਝਦੇ ਹਾਂ। ਤੁਹਾਨੂੰ ਮੈਂ ਪਹਿਲਾਂ ਨਿਊਕਲੀਅਸ ਦਿਖਾਣਾ। ਇਹ ਹੁੰਦਾ ਨਿਊਕਲੀਅਸ। ਠੀਕ ਹੈ, ਇਹ ਮੈਂ ਪ੍ਰੋਪਰ ਕਾਫੀ ਟਾਈਮ ਲਾ ਕੇ ਤੁਹਾਡੇ ਵਾਸਤੇ ਡਾਇਗਰਾਮ ਬਣਾਈ ਹੈ। ਦੇਖਣ 'ਚ ਤਾਂ ਜ਼ਰੂਰ ਲੱਗ ਰਿਹਾ ਹੋਊਗਾ ਗੰਦਵਾਦ ਵੱਜਿਆ ਹੋਇਆ, ਪਰ ਇਹ ਨਿਊਕਲੀਅਸ ਹੁੰਦਾ। ਇਹਦੇ ਆਸ-ਪਾਸ ਕੀ ਹੁੰਦਾ?
ਇਹਦੇ ਆਸ-ਪਾਸ ਸਾਰਾ ਹੁੰਦਾ ਹੈ। ਜੇ ਵੱਡਾ ਸਾਰਾ ਸਟਰਕਚਰ ਜਿਹੜਾ ਗੋਲ ਸਟਰਕਚਰ ਦੇਖਣ ਨੂੰ ਮਿਲੂਗਾ ਉਹ ਹੋਊਗਾ ਸੈੱਲ। ਮੰਨ ਲਓ ਸਾਰਾ ਸੈੱਲ ਹੈ ਤੇ ਆ ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਇਹਨੂੰ ਆਪਾਂ ਕਹਿ ਦਾਂਗੇ ਨਿਊਕਲੀਅਸ। ਇਹ ਕਿੱਥੇ ਹੈ? ਇਹ ਸੈੱਲ ਦੇ ਬਿਲਕੁਲ ਸੈਂਟਰ ਪੁਆਇੰਟ 'ਚ ਆਉਣ। ਆਪਾਂ ਤਾਂ ਕਰਕੇ ਨਿਊਕਲੀਅਸ ਬਣਨਾ, ਕੱਲਾ ਨਿਊਕਲੀਅਸ ਹੀ ਚੱਕ ਕੇ ਤੁਹਾਨੂੰ ਦਿਖਾ ਰਿਹਾ ਮੈਂ। ਨਿਊਕਲੀਅਸ ਦੇ ਵਿੱਚ ਆਪਾਂ ਹੁਣ ਕੀ ਪੜ੍ਹਨਾ? ਇਹਦੇ ਵਿੱਚ ਆਪਾਂ ਪੜ੍ਹਨਾ ਨਿਊਕਲੀਅਰ ਐਨਵੈਲਪ। ਨਿਊਕਲੀਅਰ ਐਨਵੈਲਪ, ਠੀਕ ਹੈ, ਜਿਹਨੂੰ ਤੁਸੀਂ NE ਕਹਿ ਦਿੰਦੇ ਹੋ। ਇਸ ਸਲਾਈਡ ਦੇ ਵਿੱਚ ਸਿਰਫ ਤੇ ਸਿਰਫ ਤੁਹਾਨੂੰ ਨਿਊਕਲੀਅਰ ਐਨਵੈਲਪ ਬਾਰੇ ਦੱਸੂਗਾ। ਇੱਕ ਚੀਜ਼ ਜਾਣ ਲਿਓ, ਮੈਂਬਰੇਨ ਦਾ ਪਤਾ ਨਾ ਸਭ ਨੂੰ। ਮੈਂ ਤੁਹਾਨੂੰ ਮੈਂਬਰੇਨ ਬਾਰੇ 2 ਵੀਡੀਓ ਬਣਾਈਆਂ ਹੋਈਆਂ, ਇੱਕ ਤਾਂ ਇਹਨਾਂ ਦੀ ਡਿਫਰੈਂਸ, ਇੱਕ ਸਪੈਸ਼ਲ ਵੀਡੀਓ ਬਣਾ ਕੇ ਦਿੱਤੀ ਸੀ। ਮੈਂਬਰੇਨ ਦਾ ਪਤਾ ਤਾਂ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਜਾਊਗਾ। ਮੈਂਬਰੇਨ ਕੀ ਹੁੰਦੀ ਹੈ? ਜਿਹਨੂੰ ਆਪਾਂ ਸੈੱਲ ਜਾਂ ਪਲਾਜ਼ਮਾ ਮੈਂਬਰੇਨ ਕਹਿ ਦਿੰਦੇ ਆ। ਉਹ ਹੁੰਦੀ ਹੈ ਸੈੱਲ ਦੇ ਆਸ-ਪਾਸ ਵਾਲਾ ਸਟਰਕਚਰ ਜਿਹੜਾ ਸਿਕਿਉਰਿਟੀ ਵੀ ਪ੍ਰੋਵਾਈਡ ਕਰਦਾ ਹੈ, ਸਿਲੈਕਟਿਵਲੀ ਪਰਮੇਬਲ ਵੀ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ। ਹੁਣ ਜਿਹੜਾ NE ਹੁੰਦਾ, ਮੈਂ ਪੂਰਾ ਨਾਮ ਨਹੀਂ ਲਵਾਂਗਾ, ਸਿਰਫ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਸਮਝਾਉਂਗਾ। ਜਿਹੜਾ NE ਹੁੰਦਾ ਉਹ ਕਿੰਨੀਆਂ ਮੈਂਬਰੇਨ ਦਾ ਬਣਿਆ ਹੁੰਦਾ? ਉਹ 2 ਮੈਂਬਰੇਨ ਦਾ ਬਣਿਆ ਹੁੰਦਾ, ਠੀਕ ਹੈ। ਉਹ ਕਿੰਨੀਆਂ ਮੈਂਬਰੇਨ ਦਾ ਬਣਿਆ ਹੁੰਦਾ? 2। ਹੁਣ ਤੁਸੀਂ ਕਹੋਗੇ ਸਰ ਨਿਊਕਲੀਅਸ ਦੇ ਆਸੇ-ਪਾਸੇ ਕੀ ਹੈ? ਇਹ ਹੈਗਾ ਆਪਣੇ ਕੋਲੇ ਮੈਂਬਰੇਨ। ਕਿੰਨੀਆਂ ਮੈਂਬਰੇਨ ਹੈ? 2। ਤੇ ਇਹਨਾਂ ਨੂੰ ਕੀ ਕੀਤਾ ਹੋਇਆ? ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਹੋਇਆ। ਇਹਨਾਂ ਨੂੰ ਜੋੜਨ ਤੋਂ ਬਾਅਦ ਕੀ ਬਣ ਗਿਆ? ਨਿਊਕਲੀਅਰ ਐਨਵੈਲਪ, ਠੀਕ ਹੈ। ਇਹਨਾਂ ਨੂੰ ਦੋਵਾਂ ਨੂੰ ਆਪਸ ਦੇ ਵਿੱਚ ਜੋੜਤਾ ਤਾਂ ਕੀ ਬਣ ਗਿਆ? ਨਿਊਕਲੀਅਰ ਐਨਵੈਲਪ, ਜਿਹੜਾ ਕੀ ਹੈ? ਕਿੰਦੇ ਆਸ-ਪਾਸ ਹੈ? ਨਿਊਕਲੀਅਸ ਦੇ। ਹੁਣ ਕਲੀਅਰ ਹੋ ਗਿਆ? ਇਹ ਸਾਰੀ ਲਾਈਨ ਕੀ ਹੈ ਜਿਹੜੀ ਤੁਹਾਨੂੰ ਛੋਟੀਆਂ-ਛੋਟੀਆਂ ਵਿੱਥਾਂ ਨਾਲ ਦਿਖ ਰਹੀ ਹੈ? ਉਹ ਸਾਰੀ ਕੀ ਹੈ? NE ਹੈ, ਨਿਊਕਲੀਅਰ ਐਨਵੈਲਪ ਹੈ, ਠੀਕ ਹੈ। ਕਿੰਨੇ ਮੈਂਬਰੇਨ ਦਾ ਬਣਿਆ ਹੋਇਆ? 2 ਮੈਂਬਰੇਨ ਦਾ ਬਣਿਆ ਹੋਇਆ। ਇੰਨਾ ਕਲੀਅਰ ਹੋ ਗਿਆ? ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ ਨਿਊਕਲੀਅਰ ਐਨਵੈਲਪ ਕਿੰਨੇ ਮੈਂਬਰੇਨ ਦਾ ਬਣਿਆ ਹੁੰਦਾ? 2 ਦਾ ਬਣਿਆ ਹੁੰਦਾ। 2 ਮੈਂਬਰੇਨਾਂ ਨੂੰ ਜਦੋਂ ਜੋੜ ਦਿੰਦੇ ਆ ਨਿਊਕਲੀਅਰ ਐਨਵੈਲਪ ਬਣ ਜਾਂਦਾ। ਉਸ ਤੋਂ ਬਾਅਦ ਕੀ ਹੈ ਕਿ ਇਹਦੇ ਕਿੰਦੇ ਆਸ-ਪਾਸ ਹੁੰਦਾ? ਇਹ ਨਿਊਕਲੀਅਸ ਦੇ ਆਸ-ਪਾਸ ਹੁੰਦਾ, ਠੀਕ ਹੈ। ਹੁਣ ਚੱਲਦੇ ਆਪਾਂ ਅੱਗੇ। ਇਹ ਤੁਹਾਨੂੰ ਦੇਖਣ 'ਚ ਲੱਗ ਰਿਹਾ ਹੋਊਗਾ ਕਿ ਬਿਲਕੁਲ ਛੋਟਾ ਸਾਰੇ ਤਾਂ ਲੱਗ ਹੀ ਨਹੀਂ ਰਿਹਾ ਜੁੜਿਆ ਹੋਇਆ। ਹੁਣ ਦੇਖੋ ਮੈਂ ਦਿਖਾ ਹੀ ਦਿੰਦਾ। ਇੱਕ ਆ ਨਿਊਕਲੀਅਰ ਐਨਵੈਲਪ ਹੈ, ਇੱਕ ਹੋਰ ਨਾਲ ਨਿਊਕਲੀਅਰ ਐਨਵੈਲਪ ਹੈ। ਇਹ ਕੀ ਹੈ? ਸੌਰੀ, ਮੈਂਬਰੇਨ ਹੈ, ਠੀਕ ਹੈ। ਇਹ 2 ਕੀ ਹੈ? ਮੈਂਬਰੇਨ ਹੈ। ਹੁਣ ਇਹਨੂੰ ਜਦੋਂ ਆਪਾਂ ਆਪਸ ਦੇ ਵਿੱਚ ਜੋੜ ਦਾਂਗੇ ਇਹ ਕੀ ਬਣ ਜਾਣਗੇ? ਇਹ NE ਬਣ ਜਾਣਗੇ। ਇਹ ਸਾਰੀਆਂ ਸ਼ੇਪਸ ਸੇਮ ਹੀ ਹੈ, ਠੀਕ ਹੈ। ਇਹ ਦੋਨੋਂ ਸਾਰੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ, 2 ਬਣੇ ਹੋਏ ਆ ਪੁਆਇੰਟ। 2 ਮੈਂਬਰੇਨ ਨੂੰ ਜੋੜ ਕੇ NE ਬਣਾਇਆ ਗਿਆ। ਹੁਣ ਸਰ ਇਹ ਜਿਹੜੀ ਵਿੱਥ ਹੈ, ਇਹ ਵਿੱਥ ਕੀ ਕਹਿੰਦੇ ਇਹਨੂੰ ਤੇ ਕਿਉਂ ਹੈਗੀ ਹੈ? ਇਸ ਵਿੱਥ ਤੋਂ ਜਾਣ ਤੋਂ ਪਹਿਲਾਂ ਇੱਕ ਚੀਜ਼ ਯਾਦ ਰੱਖਿਓ, ਜਿਹੜੇ ਹੁਣ ਇਹਦੇ ਪੁਆਇੰਟ ਬਾਰੇ ਗੱਲ ਕਰਦੇ ਆਪਾਂ, ਇਹ ਕਰਦਾ ਕੀ ਹੈ? ਇਹ ਕਰਦਾ ਆਪਣੇ ਕੋਲੇ ਨਿਊਕਲੀਅਸ ਨੂੰ ਕਵਰ। ਕੀ ਕਰਦਾ? ਇਹ ਨਿਊਕਲੀਅਸ ਨੂੰ ਕਵਰ ਕਰਦਾ, ਨਿਊਕਲੀਅਸ ਨੂੰ ਕਵਰ ਕਰਦਾ, ਠੀਕ ਹੈ। ਹੋਰ ਕੀ ਕਰਦਾ? ਇਹ ਕੀ ਕਰਦਾ ਹੈ? ਨਿਊਕਲੀਅਸ ਤੇ ਨੂੰ ਵੀ ਆ ਸਕਦਾ ਵੈਸੇ, ਨਿਊਕਲੀਅਸ ਤੇ ਸਾਈਟੋਪਲਾਜ਼ਮ ਨੂੰ ਵੱਖ-ਵੱਖ ਕਰਦਾ। ਕੀ ਕਰਦਾ ਹੈ? ਪਹਿਲਾਂ ਤਾਂ ਇਹ ਨਿਊਕਲੀਅਸ ਨੂੰ ਕਵਰ ਕਰਦਾ ਹੈ, ਠੀਕ ਹੈ। ਦੂਸਰਾ ਕੰਮ ਇਹ ਕੀ ਕਰਦਾ ਹੈ? ਨਿਊਕਲੀਅਸ ਤੇ ਸਾਈਟੋਪਲਾਜ਼ਮ ਨੂੰ ਵੱਖ-ਵੱਖ ਕਰਦਾ। ਹੁਣ ਇਹ ਆਪਣੇ ਕੋਲੇ ਸਾਈਟੋਪਲਾਜ਼ਮ ਕੀ ਹੈ? ਕਿਉਂਕਿ ਇਹ ਬਹੁਤ ਬੱਚਿਆਂ ਨੂੰ ਹਜੇ ਮੈਂ ਪੜ੍ਹਾਇਆ ਹੀ ਨਹੀਂ, ਇਹ ਤੁਸੀਂ ਇਹਦੇ ਨਾਲ ਫਰੈਂਡਲੀ ਨਹੀਂ ਹੈਗੇ। ਹੁਣ ਇਹ ਨਹੀਂ ਕਹੂੰਗਾ ਮੈਂ ਕਿ ਇਹ ਅਗਲੇ ਪੜ੍ਹਾਉਂਗਾ, ਇਹ ਮੈਂ ਹੁਣੇ ਦੱਸਣਾ ਤੁਹਾਨੂੰ। ਇਹ ਸਾਈਟੋਪਲਾਜ਼ਮ ਹੈ ਕੀ ਤੇ ਇਹ ਨਿਊਕਲੀਅਸ ਨਾਲੋਂ ਕਿਉਂ ਵੱਖ ਕਰਦਾ, ਠੀਕ ਹੈ। ਇਹਨੂੰ ਤੇ ਕੌਣ ਵੱਖ ਕਰਦਾ? NE। ਇੰਨਾ ਕਲੀਅਰ ਹੋ ਗਿਆ? ਹੁਣ ਦੇਖੋ ਸਾਈਟੋਪਲਾਜ਼ਮ ਕੀ ਹੈ, ਤੁਹਾਨੂੰ ਮੈਂ ਇੱਥੇ ਸਾਈਡ ਤੇ ਬਣਾ ਕੇ ਦਿਖਾਉਂਦਾ। ਮੰਨ ਲਓ ਆਪਣੇ ਕੋਲੇ ਕੀ ਹੈ? ਸੈੱਲ ਹੈ, ਠੀਕ ਹੈ। ਇਹ ਸੈੱਲ ਹੈ ਪੂਰਾ। ਇਹ ਕੀ ਹੈ? ਸੈੱਲ। ਇਹਦੇ ਵਿਚਾਲੇ ਕੀ ਹੈ? ਇਹਦੇ ਵਿਚਾਲੇ ਹੈਗਾ ਨਿਊਕਲੀਅਸ। ਇੰਨਾ ਕਲੀਅਰ ਹੋ ਗਿਆ? ਜਿੰਦੇ ਬਾਰੇ ਆਪਾਂ ਪੜ੍ਹ ਰਹੇ ਹਾਂ, ਆ ਨਿਊਕਲੀਅਸ ਹੈ, ਕਲੀਅਰ ਹੈ। ਹੁਣ ਇਹ ਕਰਦਾ ਕੀ ਹੈ? ਨਿਊਕਲੀਅਸ ਦੇ ਆਸ-ਪਾਸ ਕਿਹੜੀ ਹੈ ਲਾਈਨ? ਇਹ ਕੀ ਹੈ ਆਪਣੇ ਕੋਲੇ? NE। ਇਹ ਜਿਹੜੀ ਲਾਈਨ ਦਿਖ ਰਹੀ ਹੈ ਤੁਹਾਨੂੰ ਨਿਊਕਲੀਅਸ ਦੇ ਆਸ-ਪਾਸ, ਇਹ ਕੀ ਹੈ? NE ਹੈ। ਹੁਣ ਆ ਜਾਓ ਸਾਈਟੋਪਲਾਜ਼ਮ ਤੇ। ਸਾਈਟੋਪਲਾਜ਼ਮ ਕੀ ਹੈ? ਜਿਹੜਾ ਸੈੱਲ ਦੇ ਅੰਦਰ ਤੇ ਨਿਊਕਲੀਅਸ ਤੋਂ ਬਾਹਰ, ਸੈੱਲ ਦੇ ਅੰਦਰ
ਤੇ ਨਿਊਕਲੀਅਸ ਤੋਂ ਬਾਹਰ ਇੱਕ ਲਿਕੁਇਡ ਹੁੰਦਾ ਸੈੱਲ ਦੇ ਵਿੱਚ, ਠੀਕ ਹੈ। ਇੱਕ ਕੀ ਹੁੰਦਾ ਆਪਣੇ ਕੋਲੇ, ਲਿਕੁਇਡ ਹੁੰਦਾ, ਤਰਲ ਜਿਹਨੂੰ ਕਹਿ ਦਿੰਦੇ ਆ। ਇੱਕ ਤਰਲ ਪਦਾਰਥ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਸਾਈਟੋਪਲਾਜ਼ਮ। ਕਲੀਅਰ ਹੋ ਗਿਆ ਇਹਨਾਂ, ਕਿ ਸੈੱਲ ਦੇ ਅੰਦਰ ਹੁੰਦਾ ਤੇ ਨਿਊਕਲੀਅਸ ਤੋਂ ਬਾਹਰ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਤਰਲ ਪਦਾਰਥ ਨੂੰ ਸਾਈਟੋਪਲਾਜ਼ਮ। ਉਹਨੂੰ ਕੀ ਕਹਿੰਦੇ ਆ, ਸਾਈਟੋਪਲਾਜ਼ਮ। ਸਾਈਟੋਪਲਾਜ਼ਮ ਨੂੰ ਤੇ ਨਿਊਕਲੀਅਸ ਨੂੰ ਕੌਣ ਅਲੱਗ ਕਰਦਾ, ਐਨ ਅਲੱਗ ਕਰਦਾ। ਆ ਦੇਖੋ ਬਾਹਰ ਵਾਲੇ ਨੂੰ ਤੇ ਅੰਦਰ ਵਾਲੇ ਨੂੰ ਕੌਣ ਅਲੱਗ ਕਰੀ ਜਾਂਦਾ, ਆ ਲਾਈਨ ਅਲੱਗ ਕਰੀ ਜਾਂਦੀ ਨਾ। ਇਹ ਲਾਈਨ ਕੀ ਹੈ ਆਪਣੇ ਕੋਲੇ, NE, ਨਿਊਕਲੀਅਰ ਐਨਵੈਲਪ। ਹੁਣ ਆ ਜੋ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ, ਹੁਣ ਲਿਖਣ ਤੋਂ ਪਹਿਲਾਂ ਚੌਥਾ ਪੁਆਇੰਟ, ਆ ਵਿੱਥ ਕੀ ਹੈ ਸਰ, ਆ ਵਿੱਥ ਕਿਸ ਵਾਸਤੇ ਹੈ, ਠੀਕ ਹੈ। ਆ ਵਿੱਥ ਜਿਹੜੀ ਦਿਖ ਰਹੀ ਹੈ, ਹਰ ਇੱਕ ਨਿਊਕਲੀਅਰ ਐਨਵੈਲਪ ਤੋਂ ਬਾਅਦ ਇੱਕ ਵਿੱਥ ਵਿਖੀ ਜਾਂਦੀ ਹੈ। ਦੋ ਮੈਂਬਰੇਨ ਨੂੰ ਜੋੜਨ ਤੋਂ ਬਾਅਦ ਇੱਕ ਵਿੱਥ ਜਿਹੜੀ ਹੈ ਵਿਖੀ ਜਾਂਦੀ ਹੈ, ਠੀਕ ਹੈ। ਵਿੱਥ ਹੈ ਕਿ ਤੈਨੂੰ ਕੀ ਕਹਿੰਦੇ ਆ, ਇਹਨੂੰ ਕਹਿੰਦੇ ਆ ਆਪਣੇ ਕੋਲੇ ਪੋਰਸ। ਵੈਸੇ ਵਿੱਥ ਹੋਵੇ ਤਾਂ ਇਹਨੂੰ ਕੀ ਕਹਿੰਦੇ ਆ, ਪੋਰਸ ਕਹਿੰਦੇ ਆ। ਪੋਰਸ ਦਾ ਮਤਲਬ ਜਿਹੜੀ ਮੋਰੀਆਂ ਕਹਿ ਲਓ, ਵਿੱਥਾਂ ਕਹਿ ਲਓ। ਤੇ ਇਹ ਕਾਹਦੇ ਵਿੱਚ ਹੈਗੀਆਂ ਹੁਣ, ਨਿਊਕਲੀਅਰ ਦੇ ਵਿੱਚ ਨਾ, ਨਿਊਕਲੀਅਰ ਦੇ ਨਾਲ ਹੈ ਤਾਂ ਇਹਨਾਂ ਨੂੰ ਕੀ ਕਵਾਂਗੇ, ਨਿਊਕਲੀਅਰ ਪੋਰਸ, ਠੀਕ ਹੈ। ਇੰਨਾ ਕਲੀਅਰ ਹੋ ਗਿਆ। ਦੋ ਮੈਂਬਰੇਨ ਜਿਹੜੀਆਂ ਨਿਊਕਲੀਅਸ ਨੂੰ ਘੇਰਦੀਆਂ, ਠੀਕ ਹੈ। ਆ ਦੱਸੀ ਹੈ ਨਾ ਮੈਂ ਤੁਹਾਨੂੰ, ਆ ਜਿਹੜੀਆਂ ਦੋ ਮੈਂਬਰੇਨ ਨਿਊਕਲੀਅਸ ਨੂੰ ਘੇਰੀ ਜਾਂਦੀਆਂ, ਉਹਨਾਂ ਦੇ ਵਿਚਾਲੇ ਕੀ ਹੈ, ਛੋਟੇ ਛੋਟੇ ਗੈਪ ਹੁੰਦੇ ਆ। ਉਹਨਾਂ ਛੇਦ ਤੇ ਮੋਰੀਆਂ ਨੂੰ ਆਪਾਂ ਕੀ ਕਹਿ ਦਿੰਦੇ ਆ, ਨਿਊਕਲੀਅਰ ਪੋਰਸ। ਕਲੀਅਰ ਹੋ ਗਿਆ ਨਾ, ਉਹਨਾਂ ਨੂੰ ਕੀ ਕਹਿੰਦੇ ਆਪਾਂ, ਨਿਊਕਲੀਅਰ ਪੋਰਸ। ਹੁਣ ਦੇਖ ਲਓ, ਹੁਣ ਆਪਾਂ ਕੀ ਕਵਾਂਗੇ, ਪੋਰਸ ਆਰ ਪ੍ਰੈਜ਼ੈਂਟ, ਠੀਕ ਹੈ। ਕਿੱਥੇ ਪ੍ਰੈਜ਼ੈਂਟ ਹੁੰਦੀਆਂ, ਵਿਚ ਆਰ ਕਾਲਡ ਨਿਊਕਲੀਅਰ ਪੋਰਸ। ਹੁਣ ਜਿਹੜੀਆਂ ਪੋਰਸ ਪ੍ਰੈਜ਼ੈਂਟ ਹੁੰਦੀਆਂ, ਜਿਹੜੀਆਂ ਵਿੱਥਾਂ, ਜਿਹੜੀਆਂ ਮੋਰੀਆਂ ਪ੍ਰੈਜ਼ੈਂਟ ਹੁੰਦੀਆਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਨਿਊਕਲੀਅਰ ਪੋਰਸ ਕਹਿੰਦੇ ਆ। ਇੰਨਾ ਕਲੀਅਰ ਹੋ ਗਿਆ। ਹੁਣ ਚੱਲਦੇ ਹਾਂ ਆਪਾਂ ਅੱਗੇ। ਹੁਣ ਜਿਹੜਾ ਇਹਦਾ ਕੰਮ ਕੀ ਹੁੰਦਾ, ਜਿਹੜਾ ਨਿਊਕਲੀਅਰ ਐਨਵੈਲਪ ਹੈ, ਆ ਸਾਰਾ ਨਿਊਕਲੀਅਰ ਐਨਵੈਲਪ ਹੈ ਜਿਹੜਾ ਆਸੇ ਪਾਸੇ ਆਪਣੇ, ਠੀਕ ਹੈ, ਆ ਸਾਰੇ ਵਾਲਾ, ਇਹਦਾ ਕੰਮ ਕੀ ਹੁੰਦਾ, ਇਹ ਕਿਉਂ ਹੁੰਦਾ ਆਸੇ ਪਾਸੇ। ਹੁਣ ਦੇਖੋ, ਨਿਊਕਲੀਅਸ ਦੇ ਅੰਦਰ ਵੀ ਚੀਜ਼ਾਂ ਜਾਂਦੀਆਂ, ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਡਿਵੈਲਪ ਕਰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਬਣਾਉਂਦਾ ਹੈ, ਬਹੁਤ ਸਾਰੀਆਂ ਚੀਜ਼ਾਂ ਦਾ ਆਯਾਤ ਕਰਦਾ ਹੈ, ਨਿਰਯਾਤ ਵੀ ਕਰਦਾ ਹੈ। ਉਹ ਕੀ ਹੈ, ਨਿਊਕਲੀਅਸ ਦੇ ਅੰਦਰ ਜੋ ਚੀਜ਼ਾਂ ਜਾਂਦੀਆਂ, ਠੀਕ ਹੈ, ਉਹ ਕੀ ਹੁੰਦੀਆਂ, ਨਿਊਕਲੀਅਸ ਪਲਾਜ਼ਮ ਹੁੰਦੀਆਂ, ਜਿਸ ਨੂੰ ਅੰਦਰ ਆਉਣ ਜਾਣ ਵਿੱਚ ਸਹਾਇਤਾ ਕਰਦਾ, ਠੀਕ ਹੈ। ਹੁਣ ਦੇਖੋ, ਹੁਣ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝਾਉਣਾ ਹੈ, ਤੁਹਾਨੂੰ ਸਮਝ ਨਹੀਂ ਲੱਗਣਾ। ਸੈੱਲ ਦੇ ਅੰਦਰ ਕੀ ਸੀ, ਲਿਕੁਇਡ, ਉਹ ਸੀਗਾ ਸਾਈਟੋਪਲਾਜ਼ਮ, ਠੀਕ ਹੈ। ਹਰ ਇੱਕ ਚੀਜ਼ ਦੇ ਅੰਦਰ ਇੱਕ ਲਿਕੁਇਡ ਹੁੰਦਾ। ਹੁਣ ਜਿਵੇਂ ਆਪਣੇ ਅੰਦਰ ਵੀ ਲਿਕੁਇਡ ਹੈ, ਠੀਕ ਹੈ, ਉਹਨੂੰ ਆਪਾਂ ਵਾਟਰ ਵੀ ਕਹਿ ਦਿੰਦੇ ਆ, ਸਿੰਪਲ ਭਾਸ਼ਾ ਦੇ ਵਿੱਚ ਸਿੰਪਲ ਵਾਟਰ ਹੁੰਦਾ ਨਾ ਆਪਣੀ ਬੋਡੀ ਦੇ ਵਿੱਚ, ਠੀਕ ਹੈ। ਉਵੇਂ ਹੀ ਸੈੱਲ ਦੇ ਅੰਦਰ ਵੀ ਕੀ ਹੈ, ਲਿਕੁਇਡ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਸਾਈਟੋਪਲਾਜ਼ਮ। ਹੁਣ ਜੇ ਸੈੱਲ ਦੇ ਅੰਦਰ ਹੈ ਤਾਂ ਨਿਊਕਲੀਅਸ ਦੇ ਅੰਦਰ ਵੀ ਹੋਊਗਾ, ਠੀਕ ਹੈ। ਕਿੰਨੇ ਅੰਦਰ ਹੋਊਗਾ, ਨਿਊਕਲੀਅਸ ਦੇ ਅੰਦਰ ਵੀ ਹੋਊਗਾ। ਪਲਾਜ਼ਮ ਤਾਂ ਲੱਗਣਾ ਹੀ ਲੱਗਣਾ, ਹੋਰ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਕਵਾਂਗੇ ਨਿਊਕਲੀਓਪਲਾਜ਼ਮ, ਠੀਕ ਹੈ। ਉਹਨੂੰ ਆਪਾਂ ਕੀ ਕਵਾਂਗੇ, ਨਿਊਕਲੀਓਪਲਾਜ਼ਮ। ਬਸ ਇੰਨਾ ਹੀ ਯਾਦ ਰੱਖਣਾ। ਪਲਾਜ਼ਮ ਆਪਣਾ ਹੋ ਗਿਆ ਤਰਲ ਪਦਾਰਥ, ਜਿਹੜਾ ਵੀ ਹੋਇਆ ਨਿਊਕਲੀਓਪਲਾਜ਼ਮ ਕਿੰਨੇ ਅੰਦਰ, ਨਿਊਕਲੀਅਸ ਦੇ ਅੰਦਰ। ਉਹ ਕਿੱਥੇ ਹੋਊਗਾ, ਆ ਦੇਖੋ ਮੈਂ ਖਾਲੀ ਜਗ੍ਹਾ ਛੱਡੀ ਹੋਈ ਹੈ ਕਿ ਸੈੱਲ ਦੇ ਅੰਦਰ, ਆ ਦਿਖ ਰਹੀ ਹੋਊਗੀ ਸਾਰਿਆਂ ਨੂੰ। ਇੱਥੇ ਕੀ ਹੈ ਆਪਣਾ, ਇੱਥੇ ਹੈਗਾ ਨਿਊਕਲੀਓਪਲਾਜ਼ਮ, ਠੀਕ ਹੈ। ਇੱਥੇ ਕੀ ਹੈਗਾ, ਨਿਊਕਲੀਓਪਲਾਜ਼ਮ। ਕਲੀਅਰ ਹੋ ਗਿਆ। ਸੈੱਲ ਦੇ ਅੰਦਰ ਤਰਲ ਹੁੰਦਾ ਜਿਹੜਾ, ਉਹਨੂੰ ਕੀ ਕਹਿੰਦੇ, ਸਾਈਟੋਪਲਾਜ਼ਮ। ਹੁਣ ਸਰ ਸਾਈਟੋ ਕਿਉਂ ਗਿਆ, ਸਾਈਟੋ ਸੈੱਲ ਨੂੰ ਹੀ ਆਪਾਂ ਜਦੋਂ ਅਧਿਐਨ ਕਰਦੇ ਹਾਂ ਤਾਂ ਉਹ ਅੱਗੇ ਚੀਜ਼ਾਂ ਕਰਾਂਗੇ, ਉਹਨੂੰ ਕਹਿੰਦੇ ਸਾਈਟੋ, ਠੀਕ ਹੈ। ਹੋਰ ਵੀ ਹੁੰਦੀਆਂ ਨਾਲ ਚੀਜ਼ਾਂ, ਜ਼ਿਆਦਾ ਤੁਹਾਨੂੰ ਹੁਣੇ ਕਨਫਿਊਜ਼ ਨਹੀਂ ਕਰੂੰਗਾ। ਇਹਨੂੰ ਕੀ ਕਹਿੰਦੇ ਆ, ਨਿਊਕਲੀਓਪਲਾਜ਼ਮ, ਜਿਹੜਾ ਕੀ ਹੁੰਦਾ, ਨਿਊਕਲੀਅਸ ਦੇ ਅੰਦਰ ਲਿਕੁਇਡ ਹੁੰਦਾ, ਠੀਕ ਹੈ। ਇੰਨਾ ਕਲੀਅਰ ਹੋ ਗਿਆ। ਹੁਣ ਸਾਰੇ ਬੱਚਿਆਂ ਨੂੰ ਕਲੀਅਰ ਹੋ ਗਿਆ। ਜਿਹੜਾ ਅੰਦਰ ਆਉਂਦਾ ਜਾਂਦਾ ਰਹਿੰਦਾ ਹੈ, ਉਹਨਾਂ ਵਾਸਤੇ ਸਿਕਿਉਰਿਟੀ ਵਾਸਤੇ ਵੀ ਯੂਜ਼ ਹੁੰਦਾ, ਜਿਹੜਾ NE ਹੈ। ਕਲੀਅਰ ਹੋ ਗਿਆ ਚੀਜ਼ਾਂ। ਦੁਬਾਰਾ ਛੋਟੀ ਜਿਹੀ ਰਿਵੀਜ਼ਨ, NE ਹੁੰਦਾ ਆਸ-ਪਾਸ, ਠੀਕ ਹੈ, ਉਹਨੂੰ ਨਿਊਕਲੀਅਰ ਐਨਵੈਲਪ ਕਹਿੰਦੇ ਆ। ਦੋ ਮੈਂਬਰੇਨ ਦਾ ਬਣਿਆ ਹੁੰਦਾ ਇਹ ਨਿਊਕਲੀਅਸ ਨੂੰ ਕਵਰ ਕਰਦਾ। ਦੋ ਮੈਂਬਰੇਨ ਤੋਂ ਬਣ ਕੇ ਜਦੋਂ ਦੋ ਮੈਂਬਰੇਨ ਜੁੜ ਜਾਂਦੀਆਂ, ਇਹ ਕੀ ਬਣ ਜਾਂਦਾ, ਨਿਊਕਲੀਅਰ ਐਨਵੈਲਪ ਬਣ ਜਾਂਦਾ। ਜਿਹੜਾ ਇਹਦੇ ਵਿੱਚ ਵਿੱਥਾਂ ਹੁੰਦੀਆਂ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਪੋਰਸ ਕਹਿ ਦਿੰਦੇ ਆ। ਉਹਨਾਂ ਨੂੰ ਕੀ ਕਹਿੰਦੇ ਆਪਾਂ, ਨਿਊਕਲੀਅਰ ਪੋਰਸ, ਠੀਕ ਹੈ, ਨਿਊਕਲੀਅਰ ਪੋਰਸ ਕਹਿੰਦੇ ਆ ਉਹਨਾਂ ਨੂੰ। ਅੰਦਰ ਜਿਹੜਾ ਇਹਦੇ ਲਿਕੁਇਡ ਹੁੰਦਾ, ਉਹਨੂੰ ਕੀ ਕਹਿੰਦੇ ਆ, ਨਿਊਕਲੀਓਪਲਾਜ਼ਮ, ਠੀਕ ਹੈ। ਉਹਨੂੰ ਕੀ ਕਹਿੰਦੇ ਆ, ਨਿਊਕਲੀਓਪਲਾਜ਼ਮ ਕਹਿੰਦੇ ਆ। ਕਲੀਅਰ ਹੋ ਗਿਆ ਹੁਣ ਇਹਦਾ।
ਆਪਾਂ ਨਿਊਕਲੀਅਰ ਪੋਰ ਵੀ ਕਰ ਲਏ, ਆਪਾਂ ਕੀ ਕਰ ਲਿਆ ਨਿਊਕਲੀਅਸ ਵੀ ਕਰ ਲਿਆ। ਨਿਊਕਲੀਅਸ ਕਰੀ ਜਾਂਦੇ ਆ, ਠੀਕ ਹੈ। ਨਿਊਕਲੀਅਸ ਦੇ ਅੰਦਰ ਇੱਕ ਹੋਰ ਹੁੰਦਾ, ਉਹ ਵੀ ਆਪਾਂ ਪੁਆਇੰਟ ਕਰਾਂਗੇ। ਹੁਣ ਚੱਲਦੇ ਆਪਾਂ ਸੈਕਿੰਡ ਕੰਪੋਨੈਂਟ ਵੱਲ। ਪਹਿਲਾ ਸੀ ਆਪਣੇ ਕੋਲ Ne, ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ, ਠੀਕ ਹੈ। ਹੁਣ ਚੱਲਦੇ ਆਪਾਂ ਅੱਗੇ। ਇੱਕ ਹੁੰਦਾ ਆਪਣੇ ਕੋਲੇ ਨਿਊਕਲੀਓਪਲਾਜ਼ਮ, ਜਿਹੜਾ ਤੁਹਾਨੂੰ ਹੁਣੇ ਸਮਝਾਇਆ ਸੀ ਨਾ, ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ। ਨਿਊਕਲੀਓਪਲਾਜ਼ਮ ਲਓ। ਹੁਣ ਇਹ ਹੁੰਦਾ ਕੀ ਹੈ, ਗਰਾਊਂਡ ਤੇ ਕਿੰਦੇ ਗਰਾਊਂਡ 'ਚ ਹੁੰਦਾ ਇਹ ਹੁੰਦਾ ਨਿਊਕਲੀਅਸ ਦੇ, ਠੀਕ ਹੈ। ਇਹ ਕਿੰਦੇ ਗਰਾਊਂਡ 'ਚ ਹੁੰਦਾ ਨਿਊਕਲੀਅਸ ਤੇ। ਇਹਨੂੰ ਕਹਿੰਦੇ ਕੀ ਆ ਆਪਾਂ, ਇਹਨੂੰ ਕਹਿੰਦੇ ਆ ਲਿਕੁਇਡ ਗਰਾਊਂਡ ਸਬਸਟੈਂसेस, ठीक है। सबसटेंस ਜਿਹੜਾ ਕੀ ਹੁੰਦਾ ਹੈ, ਇੱਕ ਸਮਝ ਕੇ ਚੱਲੋ ਇਹ ਬੇਸਿਕ ਚੀਜ਼ ਹੁੰਦੀ ਹੈ ਨਿਊਕਲੀਅਸ ਦੇ ਵਿੱਚ, ਠੀਕ ਹੈ। ਲਿਕੁਇਡ ਹੁੰਦਾ ਇੱਕ, ਕਿੱਥੇ ਹੁੰਦਾ ਗਰਾਊਂਡ ਤੇ, ਠੀਕ ਹੈ। ਸਬਸਟੈਂਸ ਹੁੰਦਾ ਗਰਾਊਂਡ ਲਿਕੁਇਡ ਦੇ। ਹੁਣ ਕਲੀਅਰ ਹੋ ਗਿਆ ਨਾ ਇਹਦਾ। ਲਿਕੁਇਡ ਹੁੰਦਾ ਇੱਕ ਤਰਲ ਪਦਾਰਥ ਹੁੰਦਾ, ਪਾਣੀ ਵਰਗਾ ਕਹਿ ਲਓ, ਜੈਲ ਵਰਗਾ ਕਹਿ ਲਓ। ਉਹ ਕਿੱਥੇ ਹੁੰਦਾ, ਉਹਦੇ ਨਿਊਕਲੀਅਸ ਦੇ ਧਰਤੀ ਤੇ ਹੁੰਦਾ, ਸਮਝ ਲਓ ਬਸ ਗਰਾਊਂਡ ਤੇ ਹੁੰਦਾ। ਕਲੀਅਰ ਹੋ ਗਿਆ ਹੁਣ। ਇਹ ਕਵਰ ਕਾਹਦੇ ਨਾਲ ਹੁੰਦਾ, ਇਹ ਕਵਰਡ ਬਾਏ Ne, ਠੀਕ ਹੈ। ਇਹ ਕਿੰਨੇ ਨਾਲ ਕਵਰ ਹੁੰਦਾ, ਨਿਊਕਲੀਅਰ ਐਨਵੈਲਪ ਨਾਲ। ਇਹਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ, ਆਪਾਂ ਦੇਖ ਹੀ ਲਿਆ ਸੀ। ਆ ਦੇਖੋ ਕਿੰਨੇ ਨਾਲ ਕਵਰ ਹੈ, ਨਿਊਕਲੀਅਰ ਐਨਵੈਲਪ ਦੇ ਨਾਲ ਕਵਰ ਹੈ। ਆ ਦੇਖੋ ਆਪਾਂ ਸਾਰਾ ਕੀਤਾ ਹੈ ਨਾ। ਹੁਣ ਚੱਲਦੇ ਹਾਂ ਅੱਗੇ। ਕਿੰਨੇ ਨਾਲ ਕਵਰ ਹੈ, ਨਿਊਕਲੀਅਰ ਐਨਵੈਲਪ ਦੇ ਨਾਲ। ਹੁਣ ਧਿਆਨ ਨਾਲ ਸਮਝ ਲਓ ਜੋ ਮੈਂ ਸਮਝਾਉਣ ਲੱਗਿਆ। ਇੱਕ ਆਪਾਂ ਕਰ ਲਿਆ Ne, ਤੇ ਇੱਕ ਆਪਾਂ ਕੀਤਾ ਹੁਣੇ ਉਹਦੇ ਬਾਰੇ ਥੋੜਾ ਜਿਹਾ ਪੜਿਆ, ਨਿਊਕਲੀਓਪਲਾਜ਼ਮ। ਹੁਣ ਇਹ ਅੱਗੇ ਕੀ ਹੈ, 2 ਟਾਈਪਸ ਦਾ ਹੁੰਦਾ। ਇੰਨਾ ਮੰਨ ਕੇ ਚੱਲੋ ਕਿ ਕਿੰਨੇ ਟਾਈਪਸ ਦਾ ਹੁੰਦਾ, 2 ਟਾਈਪਸ ਦਾ ਹੁੰਦਾ। ਨੰਬਰ 1 ਟਾਈਪ ਕੀ ਹੈ ਆਪਣੇ ਕੋਲੇ, ਉਹ ਹੁੰਦੀ ਹੈ ਆਪਣੇ ਕੋਲੇ ਨਿਊਕਲੀਓਲਸ, ਠੀਕ ਹੈ। ਨਿਊਕਲੀਓਲਸ, ਜੇ ਧਿਆਨ ਨਾਲ ਸਮਝੋਗੇ, ਸਕਿਪ ਨਾ ਕਰੋਗੇ, ਤੁਹਾਨੂੰ ਇਹ ਨਾਮ ਜਿਹੜੇ ਸੌਖੇ ਲੱਗਣ ਲੱਗ ਜਾਣਗੇ, ਠੀਕ ਹੈ। ਜੇ ਜ਼ਿਆਦਾ ਤੁਸੀਂ ਸਕਿਪ ਕਰਨ ਲੱਗੇ ਜਾਂ ਇਹ ਸੋਚਿਆ ਕਿ ਨਹੀਂ ਯਾਦ ਉਹਨੇ, ਫਿਰ ਨਹੀਂ ਸਮਝ ਸਕਦੇ। ਹੁਣ ਹੁੰਦਾ ਇੱਕ ਕ੍ਰੋਮੈਟਿਕ ਮਟੀਰੀਅਲ। ਲਓ, ਨਿਊਕਲੀਅਸ ਨੂੰ ਅੱਗੇ 2 ਜਿਹੜਾ ਕਹਿ ਲਓ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਇੱਕ ਹੁੰਦਾ ਨਿਊਕਲੀਓਲਸ, ਇੱਕ ਹੁੰਦਾ ਕ੍ਰੋਮੈਟਿਕ ਮਟੀਰੀਅਲ। ਹੁਣ ਆਪਾਂ ਚੱਲਦੇ ਹਾਂ ਫਿਰ ਨਿਊਕਲੀਅਸ ਦੀ ਸ਼ੇਪ ਤੇ। ਇਹ ਹੁੰਦੇ ਕਿੱਥੇ ਆ, ਪਹਿਲਾਂ ਆਪਾਂ ਗੱਲ ਕਾਹਦੀ ਕਰਨੀ ਹੈ ਹੁਣ ਇਹਦੇ ਵਿੱਚ, ਨਿਊਕਲੀਓਲਸ ਦੀ, ਠੀਕ ਹੈ। ਪਹਿਲਾਂ ਕਾਹਦੀ ਗੱਲ ਕਰਨੀ ਹੈ ਆਪਾਂ, ਨਿਊਕਲੀਓਲਸ ਦੀ। ਇੱਥੇ E ਆਏਗਾ, LEO, ਠੀਕ ਹੈ। ਨਿਊਕਲੀਓਲਸ ਦੀ ਗੱਲ ਕਰਾਂਗੇ। ਪਹਿਲਾਂ ਆਪਾਂ ਛੋਟਾ ਜਿਹਾ ਰੀਕੈਪ। ਆ ਕੀ ਆਪਣੇ ਕੋਲੇ Ne, ਆ ਕੀ ਆਪਣੇ ਕੋਲ ਜਿਹੜਾ ਲਿਕੁਇਡ ਹੈ ਵਿੱਚ, ਇਹ ਹੈਗਾ ਨਿਊਕਲੀਓਪਲਾਜ਼ਮ, ਠੀਕ ਹੈ। ਨਿਊਕਲੀਓਪਲਾਜ਼ਮ ਕਲੀਅਰ ਹੋ ਗਿਆ। ਜਿਹੜੇ ਵਿੱਚ ਆ ਬਿੰਦੀਆਂ ਹੈਗੀਆਂ, ਇਹ ਹੈਗੇ ਆ ਨਿਊਕਲੀਅਰ ਪੋਰ। ਲਓ, ਆ 3 ਚੀਜ਼ਾਂ ਆਪਾਂ ਪੜ੍ਹ ਲਈਆਂ ਚੰਗੀ ਤਰ੍ਹਾਂ। ਹੁਣ ਦੇਖੋ, ਹੁਣ ਆ ਤੁਹਾਨੂੰ ਜਿਹੜਾ ਸੋਚ ਰਹੇ ਹੋਗੇ ਗੰਦ ਵੱਜਿਆ ਹੈ, ਇਹ ਕੀ ਆ ਆਪਣੇ ਕੋਲੇ, ਇਹਨੂੰ ਆਪਾਂ ਕੀ ਕਹਿੰਦੇ, ਜਿਹੜਾ ਤੁਹਾਡੇ ਹਿਸਾਬ ਨਾਲ ਜਿਹੜਾ ਗੰਦ ਵੱਜਿਆ ਹੋਇਆ ਉਹਨੂੰ ਆਪਾਂ ਕਹਿੰਦੇ ਆ ਕ੍ਰੋਮਾਈਟ ਮਟੀਰੀਅਲ, ਠੀਕ ਹੈ। ਕ੍ਰੋਮੈਟਿਕ ਜਿਹਨੂੰ ਮੈਂ ਕਹਿ ਦਿੰਦੇ, ਤੁਸੀਂ ਕ੍ਰੋਮੈਟਿਕ ਮਟੀਰੀਅਲ ਸੈਕਿੰਡ ਪੁਆਇੰਟ ਹੈ ਜਿਹੜਾ, ਉਹ ਆਪਾਂ ਅੱਗੇ ਪੜਾਂਗੇ। ਹੁਣ ਆਪਾਂ ਪਹਿਲਾਂ ਕੀ ਪੜ੍ਹਨਾ, ਹੁਣ ਪਹਿਲਾਂ ਆਪਾਂ ਪੜ੍ਹਨਾ ਨਿਊਕਲੀਓਲਸ, ਠੀਕ ਹੈ। ਨਿਊਕਲੀਓਲਸ ਹੁੰਦਾ ਕੀ ਹੈ, ਆ ਵਿੱਚ ਦੇਖ ਰਹੇ ਹੋ ਨਾ, ਸੈਂਟਰ ਦੇ ਵਿੱਚ ਜਾਂ ਸਾਈਡ ਤੇ ਕਹਿ ਲਓ, ਗੋਲ ਚੱਕਰ ਪੰਜਾਬੀ ਦੇ ਵਿੱਚ ਗੋਲ ਚੱਕਰ ਇੱਕ ਦਿਖ ਰਿਹਾ ਨਾ ਤੁਹਾਨੂੰ ਨਿਊਕਲੀਅਸ ਦੇ ਵਿੱਚ, ਉਹਨੂੰ ਕੀ ਕਹਿੰਦੇ ਆ, ਨਿਊਕਲੀਓਲਸ। ਇਹਨੂੰ ਮਿਟਾ ਦਿਓ ਪਹਿਲਾਂ, ਫਿਰ ਤੁਹਾਨੂੰ ਮੈਂ ਸਮਝਾਉਣਾ ਚੰਗੀ ਤਰ੍ਹਾਂ। ਆ ਜਿਹੜਾ ਵਿੱਚ ਗੋਲ ਚੱਕਰ ਦਿਖ ਰਿਹਾ ਨਾ, ਆਹ ਵਾਲਾ, ਆ ਜਿਹੜਾ ਸਾਰਾ ਗੋਲ ਚੱਕਰ ਬਣਿਆ, ਇਹਨੂੰ ਕੀ ਕਹਿੰਦੇ ਆ, ਨਿਊਕਲੀਓਲਸ, ਠੀਕ ਹੈ। ਇਹਨੂੰ ਕੀ ਕਹਿੰਦੇ ਆ ਆਪਾਂ, ਨਿਊਕਲੀਓਲਸ। ਹੁਣ ਇਹਦੇ ਪੁਆਇੰਟ ਕੀ ਬਣ ਸਕਦੇ ਆ, ਇਹ ਨਿਊਕਲੀਅਸ ਦੇ ਵਿੱਚ ਹੁੰਦਾ, ਇਹ ਵੀ ਪਤਾ। ਇਹ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ, ਇੱਕ ਤੋਂ, ਇਹ ਡਿਪੈਂਡ ਕਰਦੇ ਆ ਸਿਚੁਏਸ਼ਨ ਤੇ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ, ਠੀਕ ਹੈ। ਮਤਲਬ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ, 2 ਵੀ ਹੋ ਸਕਦੇ, 3 ਵੀ ਹੋ ਸਕਦੇ ਆ। ਆ ਵਿੱਚ ਗੱਲ ਕਰ ਰਹੇ ਆ, ਇਹਨੂੰ ਨਿਊਕਲੀਓਲਸ ਕਹਿੰਦੇ ਆ, ਨਿਊਕਲੀਅਸ ਦੀ ਗੱਲ ਕਰਦੇ ਆ, ਠੀਕ ਹੈ। ਹੁਣ ਸੈਕਿੰਡ ਪੁਆਇੰਟ, ਇੱਕ ਨਾ ਸੈੱਲ ਦੇ ਵਿੱਚ ਕਹਿ ਲਓ
ਜਾਂ ਨਿਊਕਲੀਅਸ ਦੇ ਵਿੱਚ ਕਹਿ ਲਓ ਇੱਕ ਚੀਜ਼ ਹੁੰਦੀ ਹੈ ਰਾਈਬੋਸੋਮਸ। ਠੀਕ ਹੈ, ਇੱਕ ਬਸ ਇਹਨਾਂ ਨਾਮ ਹੀ ਯਾਦ ਰੱਖ ਲਓ, ਇਹਨਾਂ ਬਾਰੇ ਆਪਾਂ ਅੱਗੇ ਪੜਾਂਗੇ। ਰਾਈਬੋਸੋਮਸ ਇਹ ਕੰਮ ਕੀ ਹੁੰਦਾ ਇਹਨਾਂ ਦਾ, ਇਹ ਪ੍ਰੋਟੀਨ ਬਣਾਉਂਦੇ ਆ। ਠੀਕ ਹੈ, ਇਹ ਕੀ ਬਣਾਉਂਦੇ ਆ, ਪ੍ਰੋਟੀਨ ਬਣਾਉਂਦੇ ਆ। ਹੁਣ ਇਹ ਦੱਸੀ ਕਿਉਂ ਜਾਂਦਾ ਮੈਂ, ਕਿਉਂਕਿ ਇਹ ਕੀ ਹੈ, ਜਿਹੜਾ ਨਿਊਕਲੀਓਲਸ ਹੈ ਇਹ ਕਿਹਨੂੰ ਬਣਾਉਂਦਾ ਹੈ, ਇਹ ਬਣਾਉਂਦਾ ਰਾਈਬੋਸੋਮ ਨੂੰ, ਰਾਈਬੋਸੋਮਸ ਨੂੰ ਬਣਾਉਂਦੇ ਆ। ਬਸ ਆ 2 ਪੁਆਇੰਟ ਯਾਦ ਰੱਖਣੇ ਤੁਸੀਂ। ਇਹ ਇੱਕ ਨਿਊਕਲੀਅਸ ਦੇ ਵਿੱਚ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ। ਇਹ ਕਿਹਨੂੰ ਬਣਾਉਂਦੇ ਆ, ਰਾਈਬੋਸੋਮ ਨੂੰ। ਤੇ ਰਾਈਬੋਸੋਮ ਕੀ ਬਣਾਉਂਦੇ ਆ ਅੱਗੋਂ, ਰਾਈਬੋਸੋਮ ਬਣਾਉਂਦੇ ਆ ਪ੍ਰੋਟੀਨ। ਕਲੀਅਰ ਹੋ ਗਿਆ। ਜਿਵੇਂ ਆਪਾਂ ਪੜਿਆ ਸੀ ਨਾ, ਲਿਪਿਡਸ ਤੇ ਪ੍ਰੋਟੀਨ ਦਾ ਕੀ ਬਣਿਆ ਹੁੰਦਾ, ਮੈਂਬਰੇਨ ਬਣੀ ਹੁੰਦੀ ਹੈ, ਤੇ ਉਹ ਪ੍ਰੋਟੀਨ ਨੂੰ ਕੌਣ ਬਣਾਉਂਦਾ, ਰਾਈਬੋਸੋਮ। ਰਾਈਬੋਸੋਮ ਨੂੰ ਕੌਣ ਬਣਾਉਂਦਾ, ਨਿਊਕਲੀਓਲਸ। ਹੁਣ ਕਲੀਅਰ ਹੋਣ ਲੱਗ ਗਏ ਨਾ ਕਨਸੈਪਟ। ਤਾਂ ਹੀ ਮੈਂ ਕਿਹਾ ਸੀ ਜੇ ਪੁਰਾਣੇ ਤੁਸੀਂ ਵੇਖਿਆ ਤਾਂ ਤੁਹਾਨੂੰ ਬੜੇ ਵਧੀਆ ਵੇ ਨਾਲ ਕਨਸੈਪਟ ਕਲੀਅਰ ਹੋਣੇ ਆ। ਹੁਣ ਚੱਲਦੇ ਆਪਾਂ ਅੱਗੇ, ਦੁਬਾਰਾ ਫਿਰ ਸੁਣ ਲਓ। ਨਿਊਕਲੀਅਸ ਦੇ ਜਿਹੜਾ ਵਿੱਚ ਹੁੰਦਾ ਉਹਨੂੰ ਗੋਲ ਚੱਕਰ ਵਾਲਾ, ਠੀਕ ਹੈ, ਗੋਲ ਚੱਕਰ ਵਾਲਾ ਜਿਹੜਾ ਵਿੱਚ ਹੁੰਦਾ ਉਹ ਕੀ ਹੁੰਦਾ ਆਪਣੇ ਕੋਲੇ, ਨਿਊਕਲੀਓਲਸ, ਨਿਊਕਲੀਓਲਸ। ਠੀਕ ਹੈ, ਹੁਣ ਇਹਨੂੰ ਬਣਾ ਕੇ ਦਿਖਾਉਂਦਾ ਮੈਂ। ਆ ਦੇਖੋ, ਆ ਕੀ ਹੈ, ਸੈੱਲ, ਇਹਦੇ ਸੈਂਟਰ ਦੇ ਵਿੱਚ ਕੀ ਹੈ, ਨਿਊਕਲੀਅਸ, ਇਹਦੇ ਵਿੱਚ ਵੀ ਇੱਕ ਗੋਲ ਚੱਕਰ ਹੈ ਜਿਹੜਾ ਉਹ ਕੀ ਹੈ, ਨਿਊਕਲੀਓਲਸ, ਨਿਊਕਲੀਓਲਸ। ਆ ਕੀ ਹੈ, ਨਿਊਕਲੀਅਸ, ਆ ਕੀ ਹੈ, ਸੈੱਲ। ਠੀਕ ਹੈ, ਕਿੰਨੇ ਨਾਲ ਕਵਰ ਹੁੰਦਾ, ਮੈਂਬਰੇਨ ਨਾਲ। ਇਹ ਕਿੰਨੇ ਨਾਲ ਹੁੰਦਾ, ਐਨੀ ਨਾਲ। ਕਲੀਅਰ ਹੋ ਜਾਂਦੀਆਂ ਚੀਜ਼ਾਂ। ਹੁਣ ਚੱਲਦੇ ਆਪਾਂ ਅੱਗੇ। ਹੁਣ ਰਹਿ ਗਿਆ ਲਾਸਟ ਵਾਲਾ ਤੇ ਸੈਕਿੰਡ ਪੁਆਇੰਟ। ਆਪਾਂ ਕੀ ਕੀਤਾ, ਕ੍ਰੋਮੈਟਿਕ ਮਟੀਰੀਅਲ, ਕ੍ਰੋਮੈਟਿਕ ਮਟੀਰੀਅਲ। ਹੁਣ ਆ ਜੋ ਨਵੇਂ ਸੈੱਲ ਤੇ, ਨਵੇਂ ਨਿਊਕਲੀਅਸ ਤੇ। ਹੁਣ ਦੇਖੋ ਆ ਧਾਗੇ ਦੇਖ ਰਹੇ ਆ, ਜਿਹੜਾ ਤੁਸੀਂ ਸੋਚ ਰਹੇ ਹੋ ਕਿ ਗੰਦ ਮਾਰਿਆ ਹੋਇਆ ਸਰ ਨੇ, ਨਹੀਂ, ਇਹ ਗੰਦ ਨਹੀਂ ਮਾਰਿਆ ਹੋਇਆ। ਇਹਦੇ ਵਿੱਚ ਕੀ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕ੍ਰੋਮੈਟਿਕ ਮਟੀਰੀਅਲ। ਠੀਕ ਹੈ, ਇਹ ਕਿੰਨੇ ਵਰਗਾ ਦਿਖਦਾ, ਧਾਗਿਆਂ ਵਰਗਾ, ਧਾਗਿਆਂ ਵਰਗਾ ਹੁੰਦਾ ਹੈ। ਠੀਕ ਹੈ, ਇਹਨੂੰ ਜਿਹਨੂੰ ਤੁਸੀਂ ਕੀ ਕਹਿੰਦੇ ਹੋ, ਥ੍ਰੈਡ ਲਾਈਕ, ਥ੍ਰੈਡ ਲਾਈਕ ਹੁੰਦਾ ਹੈ। ਠੀਕ ਹੈ, ਥ੍ਰੈਡ ਦੀ ਤਰ੍ਹਾਂ ਹੁੰਦਾ ਮਤਲਬ ਕਹਿਣ ਦਾ। ਕਲੀਅਰ ਹੋ ਗਿਆ ਇਹਨਾਂ ਦਾ। ਇਹ ਧਾਗਿਆਂ ਨੂੰ ਕਹਿ ਲਓ, ਜਿਵੇਂ ਹੁਣ ਤੁਸੀਂ ਕੀ ਹੈ, ਇੱਕ ਰੀਲ ਖੋਲ ਕੇ ਤੇ ਸਿੱਟਤੀ, ਠੀਕ ਹੈ, ਉਹ ਇੱਕ ਖਲਾਰਾ ਜਿਹਾ ਪੈ ਗਿਆ ਐ ਕਰਕੇ। ਠੀਕ ਹੈ, ਇਕੱਠੇ ਗੁੱਛਾ ਜਿਹਾ ਬਣ ਗਿਆ ਜਾਂ ਖਲਾਰਾ ਜਿਹਾ ਪੈ ਗਿਆ। ਉਹ ਕੀ ਬਣ ਗਿਆ ਆਪਣੇ ਕੋਲੇ ਇੱਥੇ, ਕੀ ਬਣ ਗਏ, ਕ੍ਰੋਮੈਟਿਕ ਮਟੀਰੀਅਲ। ਕਲੀਅਰ ਹੋ ਗਿਆ ਹੁਣ ਇਹਨਾਂ। ਜਿਵੇਂ ਆਪਾਂ ਧਾਗੇ ਨੂੰ ਰੀਲ ਚੋਂ ਖਿੱਚ ਕੇ ਛੱਡ ਦਿੰਦੇ ਹਾਂ, ਉਹ ਇਕੱਠਾ ਜਿਹਾ ਹੋ ਜਾਂਦਾ ਨਾ, ਡਿੱਗ ਜਾਂਦਾ, ਉਹਨੂੰ ਕਹਿੰਦੇ ਕ੍ਰੋਮੈਟਿਕ ਮਟੀਰੀਅਲ। ਹੁਣ ਦੇਖੋ, ਹੁਣ ਇੱਕ ਨਵਾਂ ਵਰਡ ਤੁਹਾਨੂੰ ਦੱਸੂਗਾ, ਕਈ ਵਾਰ ਇੰਗਲਿਸ਼ 'ਚ ਵੀ ਕੰਮ ਆ ਜਾਂਦਾ ਤੁਹਾਡੇ। ਲਓ, ਇਹਦਾ ਪਹਿਲਾ ਪੁਆਇੰਟ ਕੀ ਬਣੂ ਆਪਣੇ ਕੋਲੇ, ਹੁਣ ਚਲੋ ਸੌਖਾ ਹੀ ਦੱਸ ਦੇਣਾ। ਚਲੋ, ਇੰਟੈਂਗਲਡ ਮਾਸ ਆਫ, ਠੀਕ ਹੈ, ਥ੍ਰੈਡ ਲਾਈਕ ਸਟਰਕਚਰ। ਲਓ, ਹੁਣ ਇਹਦੇ ਵਿੱਚ ਕੀ ਹੈ, ਜਿਹੜਾ ਇੰਟੈਂਗਲਡ ਮਤਲਬ ਕੀ ਹੁੰਦਾ ਹੈ, ਆਪਸ ਵਿੱਚ ਉਲਝਿਆ ਹੋਇਆ, ਆਪਸ ਵਿੱਚ ਉਲਝਿਆ ਹੋਇਆ। ਠੀਕ ਹੈ, ਇਹ ਆਪਾਂ ਗੱਲ ਕਿੰਨੀ ਕਰ ਰਹੇ ਹਾਂ, ਇਹ ਆਪਾਂ ਗੱਲ ਕਰ ਰਹੇ ਹਾਂ ਕ੍ਰੋਮੈਟਿਕ ਮਟੀਰੀਅਲ ਦੀ। ਕਲੀਅਰ ਹੋ ਗਿਆ ਇਹਨਾਂ ਦਾ। ਜਿਹੜਾ ਕ੍ਰੋਮੈਟਿਕ ਮਟੀਰੀਅਲ ਹੁੰਦਾ ਉਹ ਆਪਸ ਵਿੱਚ ਉਲਝਿਆ ਹੋਇਆ ਕਿੰਨੇ ਵਰਗਾ ਹੁੰਦਾ, ਧਾਗਿਆਂ ਵਰਗਾ, ਥ੍ਰੈਡ ਲਾਈਕ ਸਟਰਕਚਰ। ਕਲੀਅਰ ਹੋ ਗਿਆ ਹੁਣ ਇਹਨਾਂ। ਹੁਣ ਇੱਕ ਚੀਜ਼ ਯਾਦ ਰੱਖਣੀ ਇੱਥੇ ਛੋਟੀ ਜਿਹੀ, ਬਸ ਆ ਲਾਸਟ ਸਮਝ ਲਓ, ਲਾਸਟ ਲਾਈਨ ਹੈ। ਹੁਣ ਦੇਖੋ ਆ ਕੀ ਹੈ, ਆ ਧਾਗਿਆਂ ਵਰਗਾ। ਮੰਨ ਕੇ ਚਲੋ, ਮੈਂ ਇੱਥੇ ਤੁਹਾਨੂੰ ਨਵੇਂ ਚਾਰਟ ਤੇ ਦਿਖਾ ਦਿੰਦਾ। ਆ ਮੰਨ ਕੇ ਚਲੋ, ਆ ਧਾਗਿਆਂ ਵਰਗਾ ਇੱਕ ਆਪਣੇ ਕੋਲੇ ਕੀ ਹੈ, ਨਿਊਕਲੀਅਸ ਦੇ ਵਿੱਚ ਇੱਕ ਪੋਰਸ਼ਨ ਹੈਗਾ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਕ੍ਰੋਮੈਟਿਕ ਮਟੀਰੀਅਲ। ਆ ਮੰਨ ਲਓ ਸਾਰਾ ਧਾਗਿਆ ਦੇਖੋ ਉਲਝੇ ਹੋਏ ਨਾ, ਇਹਨੂੰ ਆਪਾਂ ਕੀ ਕਹਿ ਦਾਂਗੇ, ਕ੍ਰੋਮੈਟਿਕ ਮਟੀਰੀਅਲ। ਇਹਨਾਂ ਦਾ ਪਤਾ ਲੱਗ ਗਿਆ ਨਾ। ਹੁਣ ਦੇਖੋ, ਜਦੋਂ ਨਵੇਂ ਸੈੱਲ ਬਣਦੇ ਆ, ਤੁਹਾਨੂੰ ਮੈਂ ਦੱਸਿਆ ਸੀ ਨਾ, ਪੁਰਾਣੇ ਸੈੱਲਾਂ ਤੋਂ ਨਵੇਂ ਸੈੱਲ ਬਣਦੇ ਆ। ਮੰਨ ਲਓ ਇੱਕ ਹੈ ਤਾਂ ਇੱਕ ਤੋਂ 2 ਬਣ ਜਾਣਗੇ, 2 ਤੋਂ 4 ਬਣ ਜਾਣਗੇ, 4 ਤੋਂ 8 ਬਣ ਜਾਣਗੇ। ਜਦੋਂ ਨਵੇਂ ਸੈੱਲ ਬਣਦੇ ਆ, ਜਿਹੜਾ ਇਹ ਵਾਲਾ ਕ੍ਰੋਮੈਟਿਕ ਮਟੀਰੀਅਲ ਹੁੰਦਾ, ਇਹ ਧਾਗੇ ਹੁੰਦੇ ਆ ਜਿਹੜੇ ਉਲਝੇ ਹੋਏ, ਇਹ ਕੀ ਹੈ, ਇਹ ਕੀ ਕਰਨਗੇ, ਇੱਕ ਸਹੀ ਜੀ ਸ਼ਕਲ ਬਣਾ ਲੈਣਗੇ। ਠੀਕ ਹੈ, ਸਹੀ ਸ਼ਕਲ ਮਤਲਬ ਆ ਉਲਝੇ ਹੋਏ ਧਾਗੇ ਨਾ, ਜਿਵੇਂ ਆਪਾਂ ਇਕੱਠੇ ਕਰਕੇ ਰੱਖਤੇ। ਲਓ, ਆਹ ਧਾਗੇ ਨੂੰ ਇੱਕ ਨੂੰ ਇਕੱਠਾ ਕਰਤਾ, ਆਹ ਇੱਕ ਧਾਗੇ ਨੂੰ ਇਕੱਠਾ ਕਰਤਾ, ਆਹ ਇੱਕ ਧਾਗੇ ਨੂੰ ਇਕੱਠਾ ਕਰਤਾ, ਆਹ ਇੱਕ ਹੋਰ ਧਾਗੇ ਨੂੰ ਇਕੱਠਾ ਕਰਤਾ। ਮਤਲਬ ਹੈ ਧਾਗੇ। ਠੀਕ ਹੈ, ਜੇ ਪੁੱਛ ਲੈਣੇ ਹੈ ਧਾਗਿਆਂ ਵਰਗੀ ਸ਼ਕਲ ਹੀ, ਪਰ ਇਹ ਥੋੜਾ ਜਿਹਾ ਜਿਹਨੂੰ ਅਰੇਂਜ ਕਰਕੇ ਰੱਖਤਾ। ਠੀਕ ਹੈ, ਇੱਕ ਦੇ ਉੱਪਰ ਇੱਕ ਰੱਖਤਾ, ਸਮਝ ਲਓ ਇੱਕ ਦੇ ਉੱਪਰ ਇੱਕ ਰੱਖਤਾ। ਜਦੋਂ ਸੈੱਲ ਵੰਡੇ ਜਾਂਦੇ ਆ,
ਇੱਕ ਤੋਂ ਹੋਰ ਸੈੱਲ ਬਣਦੇ ਆ, ਠੀਕ ਹੈ। ਜਿਹੜੇ ਕ੍ਰੋਮੈਟਿਕ ਮਟੀਰੀਅਲ ਹੁੰਦੇ ਆ ਉਦੋਂ ਉਹ ਇੱਕ ਸੋਹਣੀ ਜਿਹੀ ਸ਼ਕਲ ਲੈ ਲੈਂਦੇ, ਮਤਲਬ ਹੁੰਦੇ ਧਾਗੇ, ਇਹ ਹੈ ਧਾਗੇ, ਦੇਖ ਲਓ ਆ ਧਾਗਿਆਂ ਵਰਗੀ ਹੈ ਨਾ, ਪਰ ਇਹ ਕੀ ਹੈ, ਇੱਕ ਸ਼ੇਪ ਲੈ ਲਈ ਇਹਨਾਂ ਨੇ ਪ੍ਰੋਪਰ। ਇਹਦੀ ਕੋਈ ਸ਼ੇਪ ਨਹੀਂ ਹੈਗੀ, ਇਹ ਖਲਾਰਾ ਜਿਹਾ ਪਿਆ ਹੋਇਆ, ਇਹਨੇ ਸ਼ੇਪ ਲੈ ਲਈ। ਜਦੋਂ ਧਾਗੇ ਸ਼ੇਪ ਲੈ ਲੈਂਦੇ, ਜਦੋਂ ਕ੍ਰੋਮੈਟਿਕ ਮਟੀਰੀਅਲ ਸ਼ੇਪ ਲੈ ਲੈਂਦਾ ਸੈੱਲ ਡਿਵੀਜ਼ਨ ਵੇਲੇ, ਸੈੱਲ ਡਿਵੀਜ਼ਨ ਵੇਲੇ ਉਹਦਾ ਨਾਮ ਕੀ ਹੋ ਜਾਂਦਾ, ਉਹਦਾ ਨਾਮ ਹੋ ਜਾਂਦਾ ਉਦੋਂ ਕ੍ਰੋਮੋਸੋਮਸ, ਕ੍ਰੋਮੋਸੋਮਸ। ਬਸ ਕ੍ਰੋਮੋਸੋਮਸ ਬਾਰੇ ਮੈਂ ਅੱਗੇ ਪੜਾਉਂਗਾ, ਇਹਦੇ ਅੱਗੋਂ ਪਾਰਟਸ ਹੁੰਦੇ ਆ, ਇਹ ਅਗਲੀ ਵੀਡੀਓ 'ਚ ਕਰਾਂਗੇ ਆਪਾਂ, ਠੀਕ ਹੈ। ਕ੍ਰੋਮੋਸੋਮ ਬਾਰੇ ਪ੍ਰੋਪਰ ਇੱਕ ਵੀਡੀਓ ਬਣਾ ਦੂੰਗਾ ਤੁਹਾਨੂੰ ਮੈਂ, ਜ਼ਿਆਦਾ ਨਹੀਂ ਕਨਫਿਊਜ਼ ਕਰਨਾ, ਕਿਉਂਕਿ ਨਾਮ ਬਹੁਤ ਜਿਹੜੇ ਨਵੇਂ ਬੱਚਿਆਂ ਵਾਸਤੇ ਬੜੇ ਅਜੀਬ ਹੁੰਦੇ ਆ, ਤਾਂ ਕਰਕੇ ਕਨਫਿਊਜ਼ ਹੋ ਜਾਂਦੇ। ਛੋਟੀ ਜਿਹੀ ਰਿਵੀਜ਼ਨ ਹੋਣੀ ਜਲਦੀ ਜਲਦੀ। ਨਿਊਕਲੀਅਸ ਕੀ ਹੁੰਦਾ, ਨਾਮ ਸ਼ੋਰਟ 'ਚ ਲਿਖ ਦੂੰਗਾ ਮੈਂ। ਨਿਊਕਲੀਅਸ ਹੁੰਦਾ ਸੈੱਲ ਦੇ ਵਿਚਾਲੇ, ਸੈੱਲ ਦੇ ਵਿਚਾਲੇ ਸੈੱਲ ਦਾ ਸਭ ਤੋਂ ਵੱਡਾ ਸਟਰਕਚਰ, ਵੱਡਾ ਸਟਰਕਚਰ। ਹੁਣ ਤੀਜੇ ਨੰਬਰ ਦੇ ਆਕਾਰ ਵਿੱਚ ਵੱਡਾ, ਇਹ ਸੀ ਨਿਊਕਲੀਅਸ। ਹੁਣ ਵਿੱਚ ਆਪਾਂ ਇਹਦੇ ਕੀ ਪੜਿਆ ਸੀ, ਹੋਰ ਆਪਾਂ ਪੜਿਆ ਸੀ ਨਿਊਕਲੀਅਰ ਐਨਵੈਲਪ, ਤੇ ਇੱਕ ਆਪਾਂ ਪੜਿਆ ਸੀਗਾ ਨਿਊਕਲੀਓਲਸ। ਨਿਊਕਲੀਓਲਸ, ਨਿਊਕਲੀਓਲਸ ਨੂੰ ਅੱਗੇ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀਗਾ। ਇੱਕ ਕਿਹੜਾ ਹੈਗਾ ਸੀ ਆਪਣੇ ਕੋਲੇ, ਇੱਕ ਹੈਗਾ ਸੀਗਾ ਕ੍ਰੋਮੈਟਿਕ ਮਟੀਰੀਅਲ, ਕ੍ਰੋਮੈਟਿਕ ਮਟੀਰੀਅਲ। ਇੱਕ ਹੋਰ ਕਿਹੜਾ ਹੈਗਾ ਸੀਗਾ, ਸੌਰੀ ਨਿਊਕਲੀਓਪਲਾਜ਼ਮ ਹੈ, ਠੀਕ ਹੈ, ਨਿਊਕਲੀਓਪਲਾਜ਼ਮ। ਇੱਕ ਇਹਦੇ ਵਿੱਚ ਕੀ ਸੀ, ਨਿਊਕਲੀਓਲਸ, ਠੀਕ ਹੈ, ਨਿਊਕਲੀਓਲਸ। ਬਸ ਇੰਨਾ ਯਾਦ ਰੱਖ ਲਓ। ਇਹਦੇ ਵਿੱਚ ਕੀ ਪੜਿਆ, ਨਿਊਕਲੀਅਰ ਐਨਵੈਲਪ, ਨਿਊਕਲੀਪਲਾਜ਼ਮ, ਨਿਊਕਲੀਅਰੋਲਸ ਤੇ ਕ੍ਰੋਮੈਟਿਕ ਮਟੀਰੀਅਲ। ਹੁਣ ਨਿਊਕਲੀਅਰ ਐਨਵੈਲਪ ਕੀ ਹੁੰਦਾ ਹੈ, ਸਾਈਡ ਤੇ ਕਵਰ ਕਰਕੇ ਰੱਖਦਾ ਨਿਊਕਲੀਅਸ ਨੂੰ, ਠੀਕ ਹੈ, ਤੇ ਸਾਈਟੋਪਲਾਜ਼ਮ ਤੇ ਨਿਊਕਲੀਅਸ ਨੂੰ ਮਿਲਣ ਤੋਂ ਰੋਕਦਾ ਜਾਂ ਇਹਦੇ ਵਿੱਚ ਗੈਪ ਬਣਾਉਂਦਾ। ਇਹਦੇ ਵਿੱਚ ਨਿਊਕਲੀਅਰ ਪੋਰਸ ਹੁੰਦੇ ਆ, ਠੀਕ ਹੈ, ਛੋਟੀਆਂ ਛੋਟੀਆਂ ਮੋਰੀਆਂ। ਹੁਣ ਨਿਊਕਲੀਓਪਲਾਜ਼ਮ ਕੀ ਹੁੰਦਾ, ਇਹ ਲਿਕੁਇਡ ਹੁੰਦਾ ਜਿਹੜਾ ਗਰਾਊਂਡ ਤੇ ਹੁੰਦਾ, ਕਿੰਦੇ, ਇਹ ਹੁੰਦਾ ਨਿਊਕਲੀਅਸ ਦੇ। ਹੁਣ ਇਹਦੇ ਅੰਦਰ ਇੱਕ ਨਿਊਕਲੀਓਲਸ ਹੈ, ਨਿਊਕਲੀਓਲਸ ਕੀ ਕਰਦਾ, ਰਾਈਬੋਸੋਮਸ ਬਣਾਉਂਦਾ ਜਿਹੜੇ ਪ੍ਰੋਟੀਨ ਬਣਾਉਂਦੇ ਆ। ਬਸ ਇੰਨਾ ਯਾਦ ਰੱਖਣਾ ਤੁਸੀਂ, ਠੀਕ ਹੈ। ਕੀ ਕਰਦਾ ਹੈ ਨਿਊਕਲੀਓਲਸ, ਇਹ ਵਿੱਚ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ। ਹੁਣ ਆ ਗਿਆ ਅੱਗੋਂ ਕ੍ਰੋਮੈਟਿਕ ਮਟੀਰੀਅਲ। ਇਹ ਕੀ ਕਰਦੇ, ਕ੍ਰੋਮੈਟਿਕ ਮਟੀਰੀਅਲ ਇਹ ਧਾਗਿਆਂ ਵਰਗੇ ਹੁੰਦੇ ਆ। ਜਦੋਂ ਸੈੱਲ ਦਾ ਡਿਵੀਜ਼ਨ ਹੁੰਦਾ, ਵੰਡੇ ਜਾਂਦੇ ਆ ਸੈੱਲ, ਜਦੋਂ ਹੋਰ ਭਾਗਾਂ 'ਚ ਵੰਡੇ ਜਾਂਦੇ ਆ, ਇੱਕ ਸ਼ੇਪ ਲੈ ਲੈਂਦੇ, ਉਹਨੂੰ ਕਹਿੰਦੇ ਕ੍ਰੋਮੋਸੋਮਸ। ਬਸ ਇੰਨਾ ਹੀ ਯਾਦ ਕਰਨਾ ਤੁਸੀਂ। ਮੈਂ ਜ਼ਰੂਰ ਦੱਸਿਓ, ਲਾਈਕ ਸ਼ੇਅਰ ਕਰਿਓ, ਕਮੈਂਟ ਕਰਿਓ ਕਿ ਕਿਵੇਂ ਦਾ ਲੱਗਿਆ ਤੁਹਾਨੂੰ ਲੈਕਚਰ, ਕੁਛ ਨਵਾਂ ਸਮਝ ਲੱਗਿਆ ਜਾਂ ਕੋਈ ਫਰੈਂਡਲੀ ਹੋ ਰਹੇ ਹੋ ਲੈਕਚਰ ਦੇ ਨਾਲ ਕਿ ਨਹੀਂ। ਇਹ ਚੀਜ਼ਾਂ ਮੈਨੂੰ ਜ਼ਰੂਰ ਦੱਸ ਕੇ ਜਾਇਓ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।